Good morning. Today we start new topic, that is a decomposition reaction. Decomposition reactions ਉਹ reactions ਹੁੰਦੀਆਂ ਜਿਹਦੇ ਵਿੱਚ ਕੋਈ ਵੀ ਸਿੰਗਲ ਰਿਐਕਟੈਂਟ ਜਿਹੜਾ ਹੈ ਉਹ ਟੂ ਔਰ ਮੋਰ ਪ੍ਰੋਡਕਟ ਦੇ ਵਿੱਚ ਬ੍ਰੇਕ ਡਾਊਨ ਹੋ ਜਾਂਦਾ ਹੈ। ਜਿੱਦਾਂ ਕਿ ਫੈਰਸ ਸਲਫੇਟ ਨੂੰ ਜਦੋਂ ਅਸੀਂ ਹੀਟ ਕਰਦੇ ਹੈਗੇ ਹਾਂ ਤਾਂ ਫੈਰਸ ਆਕਸਾਈਡ ਸਲਫਰ ਡਾਈਆਕਸਾਈਡ ਔਰ ਸਲਫਰ ਟ੍ਰਾਈਆਕਸਾਈਡ ਵਿੱਚ ਕਨਵਰਟ ਹੋ ਜਾਂਦਾ ਹੈ। ਔਰ ਇਸੀ ਤਰ੍ਹਾਂ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਜੋ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀਆਂ ਉਹ ਐਨਰਜੀ ਐਬਜ਼ੋਰਬਿੰਗ ਰਿਐਕਸ਼ਨਸ ਹੁੰਦੀਆਂ, ਯਾਨੀ ਇੱਕ ਤਰ੍ਹਾਂ ਦਾ ਹੈਂਡੋਥਰਮਿਕ ਰਿਐਕਸ਼ਨਸ ਹੁੰਦੀਆਂ ਹੈਗੀਆਂ ਆ। ਇਹਦੇ ਵਿੱਚ ਹੀਟ ਐਬਜ਼ੋਰਬ ਹੁੰਦੀ ਹੈ, ਐਨਰਜੀ ਹੀਟ ਦੀ ਫਾਰਮ 'ਚ ਐਬਜ਼ੋਰਬ ਹੁੰਦੀ ਹੈ, ਐਨਰਜੀ ਲਾਈਟ ਦੀ ਫਾਰਮ 'ਚ ਐਬਜ਼ੋਰਬ ਹੁੰਦੀ ਹੈ ਔਰ ਐਨਰਜੀ ਜੋ ਹੈ ਉਹ ਇਲੈਕਟ੍ਰੀਸਿਟੀ ਦੀ ਫਾਰਮ ਦੇ ਵਿੱਚ ਐਬਜ਼ੋਰਬ ਹੁੰਦੀ ਹੈਗੀ ਆ। ਤਾਂ ਹੀਟ ਦੀ ਫਾਰਮ ਦੇ ਵਿੱਚ ਐਨਰਜੀ ਜਦੋਂ ਐਬਜ਼ੋਰਬ ਹੁੰਦੀ ਹੈ ਤਾਂ ਇੱਕ ਹੋਰ ਐਗਜ਼ਾਮਪਲ ਹੈ, ਦੈਟ ਇਜ਼ ਅ ਕੈਲਸ਼ੀਅਮ ਕਾਰਬੋਨੇਟ। ਜਦੋਂ ਉਹਨੂੰ ਹੀਟ ਕੀਤਾ ਜਾਂਦਾ ਹੈ ਤਾਂ ਉਹ ਕੈਲਸ਼ੀਅਮ ਆਕਸਾਈਡ ਔਰ ਕਾਰਬਨ ਡਾਈਆਕਸਾਈਡ ਵਿੱਚ ਕਨਵਰਟ ਹੋ ਜਾਂਦਾ ਹੈ। ਔਰ ਵਾਟਰ ਨੂੰ ਜਦੋਂ ਅਸੀਂ ਵਾਟਰ ਦੀ ਜਦੋਂ ਅਸੀਂ ਡੀਕੰਪੋਜੀਸ਼ਨ ਕਰਦੇ ਹੈਗੇ ਹਾਂ ਤਾਂ ਵਾਟਰ ਜਿਹੜਾ ਹੈ ਉਹ ਬ੍ਰੇਕ ਡਾਊਨ ਹੋ ਜਾਂਦਾ ਇਨਟੂ ਹਾਈਡਰੋਜਨ ਐਂਡ ਆਕਸੀਜਨ। ਔਰ ਇਸ ਦੌਰਾਨ ਹਾਈਡਰੋਜਨ ਦੀ ਅਮਾਊਂਟ ਜਿਹੜੀ ਆ ਉਹ ਡਬਲ ਪੈਦਾ ਹੁੰਦੀ ਆ, ਕਿਉਂਕਿ ਸਾਨੂੰ ਪਤਾ ਕਿ ਹਾਈਡਰੋਜਨ ਦਾ ਜੋ ਵਾਟਰ ਦਾ ਜੋ ਮੋਲੀਕੂਲਰ ਫਾਰਮੂਲਾ ਹੈ ਦੈਟ ਇਜ਼ H2O, ਜਿਹਦੇ ਕਰਕੇ ਹਾਈਡਰੋਜਨ ਦੀ ਅਮਾਊਂਟ ਆਕਸੀਜਨ ਦੀ ਅਮਾਊਂਟ ਤੋਂ ਜ਼ਿਆਦਾ ਜਾਂ ਡਬਲ ਪ੍ਰੋਡਿਊਸ ਹੁੰਦੀ ਹੈਗੀ ਆ। ਔਰ ਇਸੀ ਤਰ੍ਹਾਂ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀ ਹੈਗੀ ਆ ਜਿਹਦੇ ਵਿੱਚ ਸਨਲਾਈਟ ਜੋ ਹੈ ਉਹ ਐਬਜ਼ੋਰਬ ਕੀਤੀ ਜਾਂਦੀ ਹੈ ਜਾਂ ਲਾਈਟ ਐਬਜ਼ੋਰਬ ਕੀਤੀ ਜਾਂਦੀ ਹੈਗੀ ਆ। ਤੋ ਇਹਦੇ ਵਿੱਚ ਐਗਜ਼ਾਮਪਲ ਹੈ ਜਿੱਦਾਂ ਕਿ ਸਿਲਵਰ ਕਲੋਰਾਈਡ ਨੂੰ ਜਦੋਂ ਅਸੀਂ ਜੋ ਕੰਟੈਕਟ ਵਿੱਚ ਆਉਂਦਾ ਸਨਲਾਈਟ ਦੇ ਤਾਂ ਸਿਲਵਰ ਔਰ ਕਲੋਰਾਈਡ ਵਿੱਚ ਉਹ ਬ੍ਰੇਕ ਡਾਊਨ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਰਿਐਕਸ਼ਨ ਨੂੰ ਅਸੀਂ ਫੋਟੋਕੈਮੀਕਲ ਰਿਐਕਸ਼ਨਸ ਵੀ ਕਹਿੰਦੇ ਆ, ਜਿਨ੍ਹਾਂ ਵਿੱਚ ਲਾਈਟ ਜੋ ਹੈ ਉਹ ਐਬਜ਼ੋਰਬ ਕੀਤੀ ਜਾਂਦੀ ਹੈ। ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਬਲੈਕ ਐਂਡ ਵਾਈਟ ਫੋਟੋਗ੍ਰਾਫਿਕ ਹੁੰਦੀ ਸੀਗੀ, ਉਹਦੇ ਵਿੱਚ ਸਿਲਵਰ ਬ੍ਰੋਮਾਈਡ ਜਿਹੜਾ ਹੈ ਉਹਨੂੰ ਯੂਜ਼ ਕੀਤਾ ਜਾਂਦਾ ਸੀ ਔਰ ਜਿੱਦੀ ਫਲੈਸ਼ ਵੱਜਦੀ ਸੀ ਤਾਂ ਦੈਨ ਉਹ ਸਿਲਵਰ ਔਰ ਬ੍ਰੋਮਾਈਡ ਵਿੱਚ ਬ੍ਰੇਕ ਡਾਊਨ ਹੋ ਜਾਂਦਾ ਸੀ। ਨੈਕਸਟ ਹੈ ਡਿਸਪਲੇਸਮੈਂਟ ਰਿਐਕਸ਼ਨਸ। ਡਿਸਪਲੇਸਮੈਂਟ ਰਿਐਕਸ਼ਨ ਉਹ ਰਿਐਕਸ਼ਨਸ ਹੁੰਦੀਆਂ ਹੈਗੀਆਂ ਜਿਹਦੇ ਵਿੱਚ ਜ਼ਿਆਦਾ ਰਿਐਕਟਿਵ ਐਲੀਮੈਂਟ ਘੱਟ ਰਿਐਕਟਿਵ ਐਲੀਮੈਂਟ ਦੀ ਥਾਂ 'ਤੇ ਜਗ੍ਹਾ ਲੈ ਲੈਂਦੇ ਹੈਗੇ ਆ। ਤੋ ਜ਼ਿਆਦਾ ਰਿਐਕਟਿਵ ਐਲੀਮੈਂਟ ਇੱਥੇ ਐਗਜ਼ਾਮਪਲ ਹੈ ਆਇਰਨ ਦੀ। ਆਇਰਨ ਜਦੋਂ ਵੀ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਡਿਪ ਕੀਤਾ ਜਾਂਦਾ ਹੈ ਤਾਂ ਕਾਪਰ, ਕਿਉਂਕਿ ਆਇਰਨ ਤੋਂ ਘੱਟ ਰਿਐਕਟਿਵ ਹੈ, ਜਿਹਦੇ ਕਰਕੇ ਕਾਪਰ ਜਿਹੜਾ ਹੈ ਉਹ ਆਇਰਨ ਦੀ ਜਗ੍ਹਾ ਜਿਹੜਾ ਹੈ ਉਹ ਲੈ ਲੈਂਦਾ ਹੈ। ਸੇਮ ਐਗਜ਼ਾਮਪਲ ਜ਼ਿੰਕ ਹੈ। ਜ਼ਿੰਕ ਵੀ ਕਾਪਰ ਤੋਂ ਜ਼ਿਆਦਾ ਰਿਐਕਟਿਵ ਹੈ, ਇਸ ਕਰਕੇ ਕਾਪਰ ਦੀ ਜਗ੍ਹਾ ਲੈ ਲੈਂਦਾ ਹੈ। ਇਸੀ ਤਰ੍ਹਾਂ ਲੈਡ ਹੈ, ਕਾਪਰ ਕਲੋਰਾਈਡ ਨਾਲ ਜਦੋਂ ਰਿਐਕਟ ਕਰਦਾ ਤਾਂ ਲੈਡ ਵੀ ਕਾਪਰ ਤੋਂ ਜ਼ਿਆਦਾ ਰਿਐਕਟਿਵ ਹੈ। तो डबल डिसप्लेसमेंट रिएक्शन नैक्सट है। डबल डिसप्लेसमेंट रिएक्शन जिद्दां डिसप्लेसमेंट रिएक्शन दे विच तां ज़्यादा रिएक्टिविटी नाल ही आयरनस जिहड़े है एलीमेंट्स जिहड़े है वो एक्सचेंज हो जाते। डबल डिसप्लेसमेंट विच एलीमेंट्स एक्सचेंज हुंदे हैगे आ, पर वो अपने आयन्स नूं एक्सचेंज करते हैगे आ। आयन्स दे एक्सचेंज होने करके एक डिसप्लेस हुंदे हैगे आ, तो ये डबल डिसप्लेसमेंट बन जाती है। जिद्दां कि एग्जाम्पल है सोडियम सल्फेट दी बेरियम क्लोराइड नाल जो रिएक्ट कराया जाता है तो सोडियम और बेरियम ये दोनों आपस में अपनी आयन्स एक्सचेंज कर लेंदे हैगे, तो बेरियम सल्फेट बन जाता है और सोडियम क्लोराइड बन जाता है। इस तरह दी रिएक्शनस दे विच मोस्टली प्रेसिपिटेट्स बनते हैं। प्रेसिपिटेट्स इनसोल्यूबल पार्टिकल्स होंदे हैगे जो सोल्यूशन विच घुले हुए नहीं होंदे हैगे। तो इस तरह दी रिएक्शनस नूं असी प्रेसिपिटेशन रिएक्शनस भी कह देंदे हैगे और इस रिएक्शन दे विच बेरियम सल्फेट जिहड़ा है वो इनसोल्यूबल है। नैक्सट की है रिएक्शन है ऑक्सीडेशन एंड रिडक्शन। ऑक्सीडेशन वो रिएक्शनस होंदियां है जिहदे विच ऑक्सीजन गेन हुंदी है और हाइड्रोजन लॉस हुंदा है। इहदी ऑपोजिट रिडक्शन वो रिएक्शन होंदियां है जिहदे विच हाइड्रोजन गेन हुंदी है और ऑक्सीजन लॉस हुंदी हैगी आ। तो कई बार ये दोनों रिएक्शन इक्को ही रिएक्शन के अंदर नाल नाल चलदियां हैगियां आ, तो उस तरह दी रिएक्शनस नूं असी रिडॉक्स रिएक्शनस जिहड़ियां है कह दिंदे हैगे आ।
ਨੈਕਸਟ ਸਾਡਾ ਟੌਪਿਕ ਹੈ ਕਰੋਜ਼ਨ। ਕਰੋਜ਼ਨ ਜਿਹਨੂੰ ਅਸੀਂ ਖੁਰਨਾ ਵੀ ਕਹਿ ਦਿੰਦੇ ਹੈਗੇ ਆ, ਜਿੱਦਾਂ ਕਿ ਕੋਈ ਵੀ ਮੈਟਲ ਹੈ, ਮੈਟਲ ਦੀ ਸ਼ਾਈਨੀ ਸਰਫੇਸ ਖ਼ਤਮ ਹੋ ਜਾਂਦੀ ਹੈ ਜਦੋਂ ਐਸਿਡ ਦੇ, ਵਾਟਰ ਦੇ, ਏਅਰ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ। ਜਿੱਦਾਂ ਕਿ ਲੋਹਾ ਹੈ, ਲੋਹੇ ਨੂੰ ਜਦੋਂ ਜੰਗ ਲੱਗਦਾ ਹੈ ਤਾਂ ਉਹਦੀ ਸ਼ਾਈਨੀ ਸਰਫੇਸ ਖ਼ਤਮ ਹੋ ਜਾਂਦੀ ਹੈ, ਉਹਦੀ ਉੱਪਰ ਵਾਲੀ ਸਰਫੇਸ ਜਿਹੜੀ ਆ ਉਹ ਰਿਮੂਵ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿ ਦਿੰਦੇ ਹੈ, ਕਰੋਜ਼ਨ ਕਹਿੰਦੇ ਹੈਗੇ ਆ। ਤੋ ਇਸੀ ਤਰ੍ਹਾਂ ਕਾਪਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਗ੍ਰੀਨ ਕਲਰ ਦੀ ਕੋਟਿੰਗ ਹੋ ਜਾਂਦੀ ਹੈ। ਸਿਲਵਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬਲੈਕ ਕਲਰ ਦੀ ਕੋਟਿੰਗ ਹੋ ਜਾਂਦੀ ਹੈ। ਇਹਨੂੰ ਅਸੀਂ ਕਰੋਜ਼ਨ ਕਹਿ ਦਿੰਦੇ ਹੈਗੇ ਆ ਕਿ ਉਹ ਮੈਟਲ ਜਿਹੜੀ ਹੈ ਆਪਣੀ ਸ਼ਾਈਨੀ ਸਰਫੇਸ ਖ਼ਤਮ ਹੋ ਚੁੱਕੀ ਹੈ। ਹੋ ਸਕਦਾ ਉਹਦੀ ਉੱਪਰ ਵਾਲੀ ਲੇਅਰ ਜਿਹੜੀ ਆ ਉਹ ਵੀ ਰਿਮੂਵ ਹੋਣ ਲੱਗ ਪਵੇ। ਇਹਨੂੰ ਅਸੀਂ ਪ੍ਰੀਵੈਂਟ ਕਰਨ ਦੇ ਲਈ ਜਾਂ ਤਾਂ ਐਲੋਇੰਗ ਕਰ ਸਕਦੇ ਹੈ, ਪੇਂਟ ਕਰ ਸਕਦੇ ਹੈਗੇ ਆ, ਔਰ ਗਰੀਸ ਕਰ ਸਕਦੇ ਹੈ, ਆਇਲ ਲਗਾ ਸਕਦੇ ਹੈ। ਇਲੈਕਟ੍ਰੋਪਲੇਟਿੰਗ ਵੀ ਇੱਕ ਇਹਦਾ ਮੈਥਡ ਹੈ ਜਿਹਦੇ ਨਾਲ ਅਸੀਂ ਕਰੋਜ਼ਨ ਨੂੰ ਪ੍ਰੀਵੈਂਟ ਕਰ ਸਕਦੇ ਹੈ। ਲਾਸਟ ਟੌਪਿਕ ਹੈ ਸਾਡਾ ਰੈਂਸੀਡਿਟੀ। ਰੈਂਸੀਡਿਟੀ ਕੀ ਹੁੰਦੀ ਹੈ ਬੇਟਾ, ਜਦੋਂ ਵੀ ਕੋਈ ਵੀ ਫੈਟ ਕੰਟੇਨਿੰਗ ਫੂਡ ਮਟੀਰੀਅਲਸ ਹੁੰਦੇ ਹੈਗੇ, ਜਿੱਦਾਂ ਅਚਾਰ ਹੋ ਗਏ, ਚਿਪਸ ਹੋ ਗਏ, ਭੁਜੀਆ ਹੋ ਗਿਆ, ਇਹ ਜਦੋਂ ਆਕਸੀਡਾਈਜ਼ਡ ਹੁੰਦੇ ਆ, ਕਿਉਂਕਿ ਕਾਫੀ ਟਾਈਮ 'ਚ ਇਹਨਾਂ ਨੂੰ ਪਿਆ ਰਹਿੰਦੀ ਹੈ, ਤਾਂ ਇੱਕ ਰੋਟਨ ਜੀ ਸਮੈਲ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦੇ ਆ, ਅਨਪਲੇਜ਼ੈਂਟ ਸਮੈਲ ਪ੍ਰੋਡਿਊਸ ਕਰਦੇ ਆ। ਕਈ ਵਾਰ ਤੁਸੀਂ ਵੀ ਦੇਖਿਆ ਹੋਣਾ ਭੁਜੀਆ ਜਾਂ ਚਿਪਸ ਵਗੈਰਾ ਦੇ ਪੈਕਟ, ਉਹ ਅਜੀਬ ਜੀ ਸਮੈਲ ਨਾਲ ਉਹਨਾਂ ਦਾ ਟੇਸਟ ਚੇਂਜ ਹੋ ਜਾਂਦਾ ਹੈ। ਤੋ ਉਹਨੂੰ ਅਸੀਂ ਰੈਂਸਿਡ ਹੋ ਗਏ ਕਹਿੰਦੇ ਦਿੰਦੇ ਹੈਗੇ ਆ ਕਿ ਉਹ ਫੂਡ ਮਟੀਰੀਅਲ ਰੈਂਸਿਡ ਹੋ ਗਿਆ, ਮਤਲਬ ਖ਼ਰਾਬ ਹੋ ਰਿਹਾ, ਦੁਰਗੰਧ ਪੈਦਾ ਕਰਨ ਲੱਗ ਪਿਆ ਹੈ। ਕਹਿਣ ਤੋਂ ਮਤਲਬ ਰੈਂਸੀਡਿਟੀ ਕੀ ਹੈ ਕਿ ਰੈਂਸੀਡਿਟੀ ਫੈਟ ਕੰਟੇਨਿੰਗ ਫੂਡ ਮਟੀਰੀਅਲ ਜਦੋਂ ਆਕਸੀਡਾਈਜ਼ਡ ਹੋ ਜਾਂਦੇ ਆ ਔਰ ਅਨਪਲੇਜ਼ੈਂਟ ਸਮੈਲ ਜਿਹੜੀ ਆ ਪ੍ਰੋਡਿਊਸ ਕਰਦੇ ਆ, ਉਹਨੂੰ ਅਸੀਂ ਰੈਂਸੀਡਿਟੀ ਕਹਿੰਦੇ ਹੈਗੇ ਆ। ਤਾਂ ਇਹਨੂੰ ਅਸੀਂ ਬਚਾਉਣ ਦੇ ਲਈ ਕੀ ਕਰ ਸਕਦੇ ਹਾਂ, ਕਿਉਂਕਿ ਹੁਣ ਇਹ ਆਕਸੀਡੇਸ਼ਨ ਮਤਲਬ ਆਕਸੀਜਨ ਤੋਂ ਬਚਾਉਣਾ ਹੈ, ਤਾਂ ਅਸੀਂ ਐਂਟੀ ਆਕਸੀਡੈਂਟ ਯੂਜ਼ ਕਰ ਸਕਦੇ ਹਾਂ। ਜਿੱਦਾਂ ਕਿ ਚਿਪਸ ਦੇ ਪੈਕਟਸ ਦੇ ਵਿੱਚ ਨਾਈਟ੍ਰੋਜਨ ਨੂੰ ਫਿਲ ਕੀਤਾ ਜਾਂਦਾ ਹੈ ਤਾਂ ਕਿ ਚਿਪਸ ਜਿਹੜੇ ਹੈ ਉਹ ਫਰੈਸ਼ ਰਹਿਣ। ਤੋ ਉਹ ਹਵਾ ਨਹੀਂ ਹੁੰਦੀ ਹੈ, ਉਹ ਨਾਈਟ੍ਰੋਜਨ ਫਿਲ ਕੀਤੀ ਗਈ ਹੁੰਦੀ ਹੈ। ਉਹ ਨਾਈਟ੍ਰੋਜਨ ਇੱਕ ਗੁੱਡ ਐਂਟੀ ਆਕਸੀਡੈਂਟ ਹੈਗਾ ਆ। ਇਸ ਤੋਂ ਇਲਾਵਾ ਅਸੀਂ ਏਅਰ ਟਾਈਟ ਕੰਟੇਨਰਸ ਦੇ ਵਿੱਚ ਵੀ ਫੂਡ ਮਟੀਰੀਅਲਸ ਨੂੰ ਰੱਖ ਕੇ ਬਚਾ ਸਕਦੇ ਆਕਸੀਡੇਸ਼ਨ ਤੋਂ। ਅਚਾਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਚਾਰ ਖਰਾਬ ਕਦੋਂ ਹੁੰਦੇ ਆ, ਜਦੋਂ ਅਚਾਰ ਦੇ ਉੱਪਰ ਆਇਲ ਬਿਲਕੁਲ ਤੈਰਦਾ ਨਹੀਂ ਹੈ। ਅਚਾਰ ਉਹ ਖਰਾਬ ਬਿਲਕੁਲ ਵੀ ਨਹੀਂ ਹੁੰਦੇ ਜਦੋਂ ਇੱਕ ਲੇਅਰ ਆਇਲ ਦੀ ਜਿਹੜੀ ਹੈ ਅਚਾਰ ਫੂਡ ਪਾਰਟੀਕਲ ਔਰ ਏਅਰ ਦੇ ਵਿਚਕਾਰ ਆ ਜਾਵੇ। ਤੋ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਪ੍ਰੀਵੈਂਟ ਕਰ ਸਕਦੇ ਹੈਗੇ ਆ।